ਕੀ ਲੱਗਦਾ ਇੰਨੀ ਸਰਕਾਰ ਮਿਹਰਬਾਨ ਕਿਉਂ ਹੋ ਗਈ ਦੋ ਵਿਧਾਇਕਾਂ ਦੇ ਪੁੱਤਰਾਂ ਤੇ? ਪਰਸੈਪਸ਼ਨ ਤੇ ਐਕਚੁਅਲ, ਇਹਦੇ ਨਾਲ ਐਕਚੁਅਲ ਵੀ ਖਰਾਬ ਹੋਇਆ ਤੇ ਪਰਸੈਪਸ਼ਨ ਵੀ ਖਰਾਬ ਹੋਈ ਆ। ਜੋ ਪਰਸਨੈਲਿਟੀ ਬੇਸ ਅਸੀਂ ਪੋਲਿਟਿਕਸ ਕਰਦੇ ਆ ਤੇ ਉਹ ਬਹੁਤ ਵੱਡਾ ਸਾਡੇ ਸਿਸਟਮ ਦਾ ਨੁਕਸਾਨ ਹੋ ਜਾਂਦਾ, ਜਿਹੜਾ ਕਿ ਇਹ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਲੱਗਦਾ ਕਿ ਫੈਸਲਾ ਵਿਡਰੋਲ ਕਰਨਗੇ ਕੈਪਟਨ ਅਮਰਿੰਦਰ ਸਿੰਘ? ਜਿਸ ਤਰੀਕੇ ਦੇ ਨਾਲ ਉਹ ਤਰਕ ਦਿੰਦੇ ਨੇ, ਉਹਨਾਂ ਨੇ ਕੱਲ੍ਹ ਵੀ ਕਹਤਾ, ਕਹਿੰਦੇ ਨੇ ਕਿ ਇਹ ਤਾਂ ਉਹਨਾਂ ਦਾ ਬਣਦਾ ਸੀਗਾ, ਉਹਨਾਂ ਨੇ ਕੁਰਬਾਨੀ ਕੀਤੀ 84 ਦੇ ਟਾਈਮ ਦੇ ਵਿੱਚ, ਅੱਤਵਾਦੀਆਂ ਦੇ ਸਮੇਂ ਦੇ ਵਿੱਚ, ਤੇ ਇਸ ਕਰਕੇ ਉਹਨਾਂ ਨੂੰ ਨੌਕਰੀ ਦਿੱਤੀ ਹੈ। ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਗੱਲ ਲੌਜੀਕਲ ਗੱਲ ਹੈ। ਬਾਈ ਦੀ ਇਲੈਕਸ਼ਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਲੜੋਗੇ? ਨਹੀਂ, ਦੇਖੋ ਜੇ ਤਾਂ ਅਸੀਂ ਠੀਕ ਕਰ ਲੈਂਦੇ ਹਾਂ ਜਿਹੜੇ ਇਸ਼ੂਜ਼ ਹੈਗੇ ਆ, ਜੇ ਅਸੀਂ ਠੀਕ ਕਰ ਲੈਂਦੇ ਤਾਂ ਫਿਰ ਵਾਟ ਇਜ਼ ਦਾ ਪ੍ਰੋਬਲਮ? ਜੇ ਇਸ਼ੂ ਠੀਕ ਨਹੀਂ ਹੁੰਦੇ ਫਿਰ? ਨਹੀਂ, ਨੈਚੁਰਲੀ ਆ, ਫਿਰ ਨੁਕਸਾਨ ਤਾਂ ਹੋਊਗਾ। ਪੰਜਾਬ ਸਰਕਾਰ ਦੇ ਦੋ ਵਿਧਾਇਕਾਂ ਨੂੰ ਨੌਕਰੀ ਦੇਣ ਦਾ ਮਾਮਲਾ ਪੰਜਾਬ ਸਰਕਾਰ ਦੇ ਲਈ ਮੁਸੀਬਤ ਬਣਦਾ ਜਾ ਰਿਹਾ ਹੈ। ਜਿੱਥੇ ਵਿਰੋਧੀ ਪਾਰਟੀਆਂ ਸਵਾਲ ਖੜੇ ਕਰ ਰਹੀਆਂ ਨੇ, ਉੱਥੇ ਹੀ ਪੰਜਾਬ ਕਾਂਗਰਸ ਦੇ ਆਪਣੇ ਹੀ ਵਿਧਾਇਕਾਂ ਨੇ ਇਸ ਮੁੱਦੇ ਦੇ ਉੱਪਰ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਨੇ। ਇਸ ਮੁੱਦੇ ਦੇ ਉੱਪਰ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਵਿਧਾਇਕ ਪ੍ਰਗਟ ਸਿੰਘ ਮੌਜੂਦ ਹੈਗੇ ਨੇ, ਗੱਲਬਾਤ ਕਰਦੇ ਹਾਂ। ਪ੍ਰਗਟ ਜੀ, ਕੀ ਲੱਗਦਾ ਇੰਨੀ ਸਰਕਾਰ ਮਿਹਰਬਾਨ ਕਿਉਂ ਹੋ ਗਈ ਦੋ ਵਿਧਾਇਕਾਂ ਦੇ ਪੁੱਤਰਾਂ ਤੇ? ਦੇਖੋ, ਅਨਫੋਰਚੂਨੇਟ ਹੈ। ਦੇਖੋ, ਮੈਂ ਨਹੀਂ ਕਹਿੰਦਾ ਜਿਹੜੇ ਡਿਜ਼ਰਵਿੰਗ ਹੋਣੇ ਉਹਨਾਂ ਨੂੰ ਮਿਲਣੀ ਚਾਹੀਦੀ, ਬਟ ਪਿਕ ਐਂਡ ਚੂਜ਼ ਨਹੀਂ ਹੋਣਾ ਚਾਹੀਦਾ। ਤੇ ਸਾਨੂੰ ਇਹ ਪੈਰਾਮੀਟਰ ਵੀ ਫਿਕਸ ਕਰਨੇ ਚਾਹੀਦੇ ਆ ਕਿ ਜਿਹੜੀ ਕੰਪੈਸ਼ਨੇਟ ਗਰਾਊਂਡ ਆ ਉਹ ਹੁੰਦੀ ਕਿਹੜੀ ਆ, ਕਿਉਂਕਿ ਕਿੱਥੇ ਕੁ ਉਹਦਾ ਪੈਰਾਮੀਟਰਸ ਹੈਗੇ ਆ। ਕਿਉਂਕਿ ਜੇ ਇਸ ਤਰ੍ਹਾਂ ਹੋਊਗਾ ਤੇ ਜਿਹੜੇ ਬਾਕੀ ਜਿਹੜੇ ਪਰਿਵਾਰ ਜਿਹੜੇ ਆ ਉਹਨਾਂ ਨੇ ਸ਼ਹਾਦਤਾਂ ਪਾਈਆਂ, ਚਾਹੇ ਉਹ ਟੈਰੋਰਿਜ਼ਮ ਦੇ ਸਮੇਂ ਸੀ, ਚਾਹੇ ਬਾਰਡਰਸ ਦੇ ਉੱਤੇ ਸੀ, ਚਾਹੇ ਉਹਦੇ ਵਿੱਚ ਪੋਲੀਟੀਕਲ ਪਰਿਵਾਰ ਸੀ, ਤੇ ਫਿਰ ਮੈਨੂੰ ਲੱਗਦਾ ਸਾਰਿਆਂ ਨੂੰ ਹੀ ਕਿਤੇ ਨਾ ਕਿਤੇ ਇੱਕ ਜਗ੍ਹਾ ਰੱਖਣਾ ਚਾਹੀਦਾ। ਇਹ ਤਾਂ ਨਹੀਂ ਹੈ ਵੀ ਕਿਸੇ ਨੂੰ ਦੋ ਜਣਿਆਂ ਨੂੰ ਪਿਕ ਐਂਡ ਚੂਜ਼ ਕਰਕੇ ਤੇ ਉਹਨਾਂ ਨੂੰ ਦੇ ਦਈਏ। ਅੱਛਾ, ਕੁਝ ਮੰਤਰੀਆਂ ਨੇ ਵਿਰੋਧ ਵੀ ਕੀਤਾ ਜਦੋਂ ਕੈਬਨਿਟ ਦੇ ਵਿੱਚ, ਉਹ ਮੰਤਰੀਆਂ ਦੇ ਨਾਲ ਗੱਲਬਾਤ ਹੋਈ ਕਿ ਜਦੋਂ ਉਹਨਾਂ ਵਿਰੋਧ ਕੀਤਾ ਤਾਂ ਕੀ ਕੈਪਟਨ ਅਮਰਿੰਦਰ ਸਿੰਘ ਦਾ ਕੀ ਰਿਐਕਸ਼ਨ ਸੀਗਾ? ਨਹੀਂ, ਉਹ ਅਲਟੀਮੇਟਲੀ ਜੇ ਦੇਖੋ ਜਿਹੜੀ ਕੈਬਨਿਟ ਹੁੰਦੀ ਆ ਉਹਦੇ ਵਿੱਚ ਮੈਜੋਰਿਟੀ ਜੇ ਉਹ ਦੇਖੋ, ਮੈਂ ਤਾਂ ਉਹ ਜਿਹੜੇ 5 ਮਿਨਿਸਟਰਸ ਹੈਗੇ ਆ, ਮੈਂ ਸਮਝਦਾ ਵੀ ਉਹਨਾਂ ਨੇ ਇੱਕ ਚੰਗਾ ਸਟੈਂਡ ਲਿਆ ਹੈਗਾ, ਔਰ ਬਾਕੀਆਂ ਨੂੰ ਵੀ ਇਸ ਗੱਲ ਤੇ ਸੋਚਣਾ ਚਾਹੀਦਾ। ਕਿਉਂਕਿ ਦੇਖੋ, ਪਰਸੈਪਸ਼ਨ ਤੇ ਐਕਚੁਅਲ, ਇਹਦੇ ਨਾਲ ਐਕਚੁਅਲ ਵੀ ਖਰਾਬ ਹੋਇਆ ਤੇ ਪਰਸੈਪਸ਼ਨ ਵੀ ਖਰਾਬ ਹੋਈ ਆ। ਸਰਕਾਰ ਦੀ ਵੀ ਖਰਾਬ ਹੋਈ ਆ, ਸਾਡੀ ਪਾਰਟੀ ਦੀ ਵੀ ਖਰਾਬ ਹੋਈ ਆ। ਸੋ ਇਸ ਕਰਕੇ ਸਾਨੂੰ ਇਹਨਾਂ ਇਸ਼ੂਜ਼ ਤੇ ਪਹਿਲਾਂ ਧਿਆਨ ਰੱਖਣਾ ਚਾਹੀਦਾ ਵੀ ਹਾਂ ਵੀ ਅਸੀਂ ਕੀ ਕਰਨਾ ਤੇ ਕੀ ਨਹੀਂ ਕਰਨਾ। ਅੱਛਾ, ਇਹ ਫੈਸਲੇ ਨੂੰ ਵਹਿੰਦੇ ਕਿੱਦਾਂ ਹੋ? ਕਿਉਂਕਿ ਪਰਸੈਪਸ਼ਨ ਇੱਕ ਬਣ ਗਈ ਸੀਗੀ ਕਿ ਦੋ ਧੜਿਆਂ ਦੇ ਵਿੱਚ ਵੰਡੀ ਗਈ ਕਾਂਗਰਸ, ਇਹ ਉਹ ਚੀਜ਼ ਨੂੰ ਲੈ ਕੇ ਤਾਂ ਨਹੀਂ ਕੈਪਟਨ ਅਮਰਿੰਦਰ ਸਿੰਘ ਵਿਧਾਇਕਾਂ ਨੂੰ ਕੌਨਫੀਡੈਂਸ ਦੇ ਵਿੱਚ ਲੈ ਰਹੇ ਨੇ? ਉਹ ਭਾਵੇਂ ਉਹਨਾਂ ਦੀ ਸੋਚ ਹੋਵੇ, ਬਟ ਇਹੋ ਜੀ ਕੋਈ ਗੱਲ ਨਹੀਂ ਦੋ ਧੜਿਆਂ ਦੇ ਵਿੱਚ ਨਹੀਂ ਹੈਗੀ। ਗੱਲ ਤਾਂ ਇਸ਼ੂਜ਼ ਦੀ ਹੈਗੀ ਆ। ਮੈਂ ਅੱਜ ਵੀ ਇੱਥੇ ਇਹ ਗੱਲ ਰਿਕੁਐਸਟ ਕੀਤੀ ਆ ਵੀ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਇਸ਼ੂ ਨਾ ਬਣਾਈਏ, ਆਪਾਂ ਇਸ਼ੂਜ਼ ਦੀ ਗੱਲ ਕਰੀਏ। ਪਰਸਨੈਲਿਟੀਜ਼ ਕੋਈ ਵੀ ਹੋ ਸਕਦੀਆਂ, ਜਦੋਂ ਪਰਸਨੈਲਿਟੀ ਬੇਸ ਅਸੀਂ ਪੋਲਿਟਿਕਸ ਕਰਦੇ ਆ ਤੇ ਉਹ ਬਹੁਤ ਵੱਡਾ ਸਾਡੇ ਸਿਸਟਮ ਦਾ ਨੁਕਸਾਨ ਹੋ ਜਾਂਦਾ, ਜਿਹੜਾ ਕਿ ਇਹ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਕਿਉਂਕਿ ਪਿਛਲੇ 2-3-4 ਦਿਨਾਂ ਦੇ ਵਿੱਚ, 5 ਦਿਨਾਂ ਦੇ ਵਿੱਚ, ਆਈ ਡੋਂਟ ਥਿੰਕ ਸੋ ਕਿ ਸਾਡੀ ਪਾਰਟੀ ਕੋਈ ਡਿਵਾਈਡਡ ਹੈਗੀ ਆ। ਗੱਲ ਤਾਂ ਇਸ਼ੂਜ਼ ਦੀ ਹੈਗੀ ਆ। ਆਪਾਂ ਇਸ਼ੂਜ਼ ਨੂੰ ਸੋਲਵ ਕਰ ਲਈਏ ਤੇ ਫਿਰ ਕੈਪਟਨ ਅਮਰਿੰਦਰ ਸਿੰਘ ਵੀ ਠੀਕ ਹੈ। ਅੱਛਾ, ਇਹ ਤਾਂ ਤੁਸੀਂ ਜਿੱਦਾਂ ਮੁੱਦੇ ਪਹਿਲਾਂ ਵੀ ਉਠਾ ਰਹੇ ਹੋ ਕਿ ਸਾਡਾ ਤਾਂ 2022 ਦੇ ਵਿੱਚ ਕਾਂਗਰਸੀ ਵਿਧਾਇਕਾਂ ਦਾ ਪਿੰਡਾਂ 'ਚ ਵੜਨਾ ਔਖਾ ਹੋਏਗਾ ਜਦੋਂ ਵੋਟਾਂ ਲੈਣ ਜਾਣਾ, ਜਿਹੜੇ ਵਾਅਦੇ ਕੀਤੇ ਸੀ ਉਹ ਤਾਂ ਪੂਰੇ ਨਹੀਂ ਕੀਤੇ। ਹੁਣ ਵੀ ਲੱਖਾਂ ਨੌਜਵਾਨ ਬੇਰੁਜ਼ਗਾਰ ਤੁਰੇ ਫਿਰਦੇ ਨੇ, ਉਹ ਕਹਿੰਦੇ ਨੇ ਕਿ ਬੇਰੁਜ਼ਗਾਰਾਂ ਨੂੰ ਛੱਡ ਕੇ ਤੇ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦਿੱਤੀਆਂ, ਸਵਾਲ ਤਾਂ ਫਿਰ ਉਹੀ ਰਹਿਣਗੇ। ਨਹੀਂ, ਮੈਂ ਤਾਂ ਇਹ ਕਹਿਣ ਡਿਆ ਵੀ ਇਹਨੂੰ ਵਿਦਡਰਾਅ ਕਰਨਾ ਚਾਹੀਦਾ ਇਮੀਡੀਏਟਲੀ। ਮੈਂ ਨਹੀਂ ਕਹਿੰਦਾ ਦੇਖੋ ਸਾਰਿਆਂ ਨੂੰ ਨੌਕਰੀਆਂ ਦਿੱਤੀਆਂ ਜਾ ਸਕਦੀਆਂ, ਬਟ ਐਟ ਦਾ ਸੇਮ ਟਾਈਮ ਜਿੰਨਿਆਂ ਕੁ ਨੂੰ ਦਿੱਤੀਆਂ ਜਾ ਸਕਦੀਆਂ, ਜਿੰਨਿਆਂ ਕੁ ਨੂੰ ਸਰਕਾਰ ਨੇ ਪ੍ਰਾਈਵੇਟ ਸੈਕਟਰ ਨੂੰ ਵੀ ਇਨਵੋਲਵ ਕੀਤਾ ਹੈਗਾ, ਉਹਦੇ ਵਿੱਚ ਵੀ ਕਾਫੀ ਲੋਕਾਂ ਨੂੰ ਨੌਕਰੀ ਮਿਲੀ ਹੈਗੀ ਆ, ਕੰਮ ਵੀ ਹੋਏ ਆ। ਬਟ ਐਟ ਦਾ ਸੇਮ ਟਾਈਮ ਅਸੀਂ ਇਹ ਪਰਸੈਪਸ਼ਨ ਕਿਉਂ ਕ੍ਰੀਏਟ ਕਰ ਰਹੇ ਹਾਂ? ਤਾਂ ਇਹ ਲੱਗਦਾ ਕਿ ਫੈਸਲਾ ਵਿਡਰੋਲ ਕਰਨਗੇ ਕੈਪਟਨ ਅਮਰਿੰਦਰ ਸਿੰਘ? ਜਿਸ ਤਰੀਕੇ ਦੇ ਨਾਲ ਉਹ ਤਰਕ ਦਿੰਦੇ ਨੇ, ਉਹਨਾਂ ਨੇ ਕੱਲ੍ਹ ਵੀ ਕਹਤਾ, ਕਹਿੰਦੇ ਨੇ ਕਿ ਇਹ ਤਾਂ ਉਹਨਾਂ ਦਾ ਬਣਦਾ ਸੀਗਾ, ਉਹਨਾਂ ਨੇ ਕੁਰਬਾਨੀ ਕੀਤੀ 84 ਦੇ ਟਾਈਮ ਦੇ ਵਿੱਚ, ਅੱਤਵਾਦੀਆਂ ਦੇ ਸਮੇਂ ਦੇ ਵਿੱਚ, ਤੇ ਇਸ ਕਰਕੇ ਉਹਨਾਂ ਨੂੰ ਨੌਕਰੀ ਦਿੱਤੀ ਹੈ। ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਗੱਲ ਲੌਜੀਕਲ ਗੱਲ ਹੈਗੀ ਹੈ। ਮੈਨੂੰ ਲੱਗਦਾ ਵੀ ਸਿਆਣਪ ਨਾਲ ਜੇ ਕੈਪਟਨ ਅਮਰਿੰਦਰ ਸਿੰਘ ਵੀ ਕਮਰੇ 'ਚ ਬਹਿ ਕੇ, ਕਿਉਂਕਿ ਇੰਟੈਲੀਜੈਂਟ ਹੈਗੇ ਆ, ਉਹਨਾਂ ਦੀ ਜੇ ਵਿਲ ਹੈਗੀ ਆ, ਤੇ ਦੇਖੋ 5 ਮੰਤਰੀਆਂ ਦੇ ਵਿਰੋਧ ਦੇ ਬਾਵਜੂਦ ਵੀ ਉਹਨਾਂ ਨੇ ਕਰ ਦਿੱਤਾ, ਇਹਦਾ ਮਤਲਬ ਬਾਕੀ ਇਸ਼ੂਜ਼ ਵੀ ਜਿਹੜੇ ਹੈਗੇ ਆ ਸਾਨੂੰ ਉਹਦੇ ਤੇ ਵੀ ਐਕਟ ਕਰਨਾ ਚਾਹੀਦਾ। ਅੱਛਾ, ਇਹ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਵੀ ਚਲੋ ਫੈਸਲਾ ਹੋ ਗਿਆ ਵੀ ਉਹਨਾਂ ਨੇ ਕੈਬਨਿਟ ਦੇ ਵਿੱਚ ਮਨਜ਼ੂਰੀ ਦਿੱਤੀ ਆ। ਇੱਕ ਵਿਧਾਇਕਾਂ ਦੇ ਨਜ਼ਰੀਏ ਤੋਂ ਕਿੱਦਾਂ ਦੇਖਦੇ ਹੋ ਕਿ ਵਾਕਈ ਵਿਧਾਇਕਾਂ ਦੇ ਪੁੱਤਰਾਂ ਨੂੰ ਇੰਨੀ ਲੋੜ ਹੈਗੀ ਆ ਕਿ ਜਿੰਨੀ ਬੇਰੁਜ਼ਗਾਰਾਂ ਨੂੰ ਲੋੜ? ਦੇਖੋ, ਮੈਨੂੰ ਨਹੀਂ ਲੱਗਦਾ। ਮੈਂ ਇਸੇ ਕਰਕੇ ਕਹਿਣਾ ਵੀ ਸਾਡੇ ਜਿਹੜੇ ਪੈਰਾਮੀਟਰਸ ਹੈਗੇ ਆ ਕੰਪੈਸ਼ਨੇਟ ਗਰਾਊਂਡ ਦੇ, ਉਹ ਵੀ ਤਾਂ ਫਿਕਸ ਕਰ ਲੈਣੇ ਚਾਹੀਦੇ ਆ। ਸਾਡੇ ਜਦੋਂ ਕਈ ਵਾਰੀ ਜਿਹੜਾ ਬਹੁਤ ਗਰੀਬ ਪਰਿਵਾਰ ਹੁੰਦਾ, ਜਦੋਂ ਉਹਦੀ ਕਿਤੇ ਨੌਕਰੀ ਲਈ ਐਪਲੀਕੇਸ਼ਨ ਜਾਂਦੀ ਆ
ਤੇ ਉਹਦੇ ਤੇ ਲਿਖ ਦਿੱਤਾ ਜਾਂਦਾ ਵੀ ਇਹਨੂੰ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਇਹਦਾ ਫਲਾਨਾ ਬੰਦਾ ਨੌਕਰੀ ਕਰਦਾ। ਤੇ ਜੇ ਬੰਦੇ ਇਸ ਲੈਵਲ ਦੇ ਵੀ ਇਦਾਂ ਦੀ ਗੱਲ ਕਰਦੇ ਆ ਤੇ ਫਿਰ ਸਾਨੂੰ ਉਹ ਵੀ ਪੈਰਾਮੀਟਰ ਤਾਂ ਫਿਕਸ ਕਰ ਲੈਣੇ ਚਾਹੀਦੇ ਆ। ਅੱਛਾ, ਅੱਗੋਂ ਇਲੈਕਸ਼ਨ ਆ ਰਹੀ ਹੈ, ਜਿਹੜੇ ਤੁਸੀਂ ਮੁੱਦੇ ਉਠਾਏ ਸੀਗੇ ਉਹ ਮੁੱਦੇ ਉਵੇਂ ਦੇ ਉਵੇਂ ਖੜੇ ਨੇ, ਹਾਈ ਕਮਾਂਡ ਵੀ ਇਨਵੋਲਵ ਹੋ ਗਈ ਹੈ ਵਿੱਚ, ਇਹ ਮਸਲਾ ਹੁਣ ਸੁਲਝਦਾ ਨਜ਼ਰ ਆ ਰਿਹਾ ਕਿਤੇ ਅੱਗੇ? ਮੈਨੂੰ ਲੱਗਦਾ ਸੁਲਝੂਗਾ, ਜੇ ਅਸੀਂ ਸਿਆਣੇ ਹੋਵਾਂਗੇ ਸਾਰੇ ਤਾਂ ਸੁਲਝਾਉਣਾ ਚਾਹੀਦਾ, ਕਿਉਂ ਨਹੀਂ ਸੁਲਝਾਉਣਾ ਚਾਹੀਦਾ। ਅੱਛਾ, ਜਿਸ ਤਰੀਕੇ ਦੇ ਨਾਲ ਤੁਸੀਂ ਵੀ ਆਵਾਜ਼ ਲਗਾਤਾਰ ਬੁਲੰਦ ਕਰ ਰਹੇ ਹੋ, ਤੁਹਾਡੇ ਹਲਕੇ ਦੇ ਵਿੱਚ ਵੀ ਜਿਹੜੇ ਉਹ ਹੋਰਡਿੰਗ ਦਾ ਬੜਾ ਮਸਲਾ ਚੱਲਣ ਦਿਆ ਪੰਜਾਬ ਦੇ ਵਿੱਚ, ਕਦੇ ਪ੍ਰਤਾਪ ਸਿੰਘ ਬਾਜਵਾ ਦੇ ਲੱਗ ਜਾਂਦੇ ਨੇ, ਕਦੇ ਨਵਜੋਤ ਸਿੰਘ ਸਿੱਧੂ ਦੇ, ਤੁਹਾਡੇ ਹਲਕੇ ਦੇ ਵਿੱਚ ਵੀ ਲੱਗੇ ਹੋਏ ਨੇ ਕੈਪਟਨ ਦੁਬਾਰਾ ਦੇ ਹੋਰਡਿੰਗ ਲੈ ਕੇ। ਕੀ ਲੱਗਦਾ ਕਿ ਇਹ ਕੀ ਇੱਕ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕਾਂ ਨੂੰ? ਯਾਰ ਮੇਰਾ ਖਿਆਲ ਇਹ ਬਹੁਤ ਛੋਟੇ ਲੈਵਲ ਦੀ ਰਾਜਨੀਤੀ ਹੈ, ਇਹ ਕੋਈ ਸਿਆਣੀ ਰਾਜਨੀਤੀ ਹੈ। ਅਸੀਂ ਕੀ ਬੇਸਿਕਲੀ ਅੱਜ ਨਾ ਲੋਕੀ ਸਾਰੇ ਸਮਝਦਾਰ ਆ, ਅਸੀਂ ਹੋਰਡਿੰਗ ਲਾ ਕੇ ਅਸੀਂ ਕੀ ਮੈਸੇਜ ਦੇਣਾ ਚਾਹੁੰਦੇ ਹਾਂ? ਇੱਦਾਂ ਕੋਈ ਲੀਡਰ ਨਹੀਂ ਬਣਦੇ, ਇੱਦਾਂ ਕੋਈ ਲੀਡਰ ਨਹੀਂ ਬਣਦੇ। ਲੀਡਰ ਤਾਂ ਇਸ਼ੂਜ਼ ਨਾਲ ਬਣਦੇ ਆ, ਪਬਲਿਕ ਨਾਲ ਖੜ ਕੇ ਲੋਕੀ ਲੀਡਰ ਬਣਦੇ ਆ, ਅਦਰਵਾਈਜ਼ ਨਹੀਂ ਬਣਦੇ। ਇਹ ਐਕਚੁਅਲੀ ਕੀ ਹੁੰਦਾ ਕਈ ਵਾਰੀ ਨਾ, ਆਹ ਜਦੋਂ ਬਰਸਾਤ ਜੀ ਹੁੰਦੀ ਆ ਤੇ ਭਵੱਕੜ ਜਿਹਾ ਬੜੇ ਨਿਕਲਦੇ ਆ। ਮੈਂ ਤਾਂ ਇਹ ਉਹਨਾਂ ਦੀ 2 ਮਿੰਟ ਦੀ ਲਾਈਫ ਹੁੰਦੀ, ਇਦੋਂ ਵੱਧ ਹੁੰਦੀ ਵੀ ਨਹੀਂ ਹੈ। ਕੀ ਲੱਗਦਾ ਕਿ ਕਾਂਗਰਸੀ ਲੀਡਰ ਜਿਹੜੇ ਨੇ ਉਹ ਇਹ ਤੇ ਨਹੀਂ ਸੋਚਣ ਲੱਗ ਪਏ ਕਿ ਪ੍ਰਗਟ ਸਿੰਘ ਨੇ ਆਵਾਜ਼ ਚੁੱਕਣੀ ਸ਼ੁਰੂ ਕਰਤੀ ਹੈ, ਕਿਤੇ ਹਾਈ ਕਮਾਂਡ ਐਕਸ਼ਨ ਲੈ ਜੂ ਤਾਂ ਗਰਾਊਂਡ ਤਿਆਰ ਕਰਨੀ ਸ਼ੁਰੂ ਕਰ ਲਈ? ਨਹੀਂ ਚਲੋ ਮੈਂ ਕਹਿੰਦਾ ਫਿਰ ਵੀ ਕੀ ਆ, ਕੋਈ ਮੈਂ ਇਕੱਲਾ ਪੰਜਾਬ ਮੇਰਾ ਹੀ ਤਾਂ ਨਹੀਂ ਹੈ, ਪੰਜਾਬ ਤਾਂ ਸਾਰਿਆਂ ਦਾ ਸਾਂਝਾ ਆ। ਸਾਰੇ ਜਣੇ ਜਦੋਂ ਉੱਠਣਗੇ, ਸਾਰੇ ਜਣੇ, ਜੇ ਤਾਂ ਮੈਂ ਇਸ਼ੂ ਗਲਤ ਚੁੱਕਦਾ ਫਿਰ ਤਾਂ ਮੇਰੀ ਗੱਲ ਵੀ ਹੈਗੀ ਆ, ਜੇ ਮੈਂ ਇਸ਼ੂ ਠੀਕ ਕਹਿਣਾ ਤਾਂ ਫਿਰ ਮੈਨੂੰ ਉਹਦੀ ਜੋ ਸਜ਼ਾ ਵੀ ਮਿਲ ਜਵੇ ਤਾਂ ਫਿਰ ਵੀ ਕੀ ਹੋਊ। ਅੱਛਾ, ਨਵਜੋਤ ਸਿੰਘ ਸਿੱਧੂ ਕਾਫੀ ਚੁੱਪ ਨਜ਼ਰ ਆ ਰਹੇ ਨੇ ਅੱਜ ਕੱਲ੍ਹ, ਕੀ ਹਾਈ ਕਮਾਂਡ ਦਾ ਇਸ਼ਾਰਾ ਅਜੇ ਕਿ ਜਾਂ ਅੱਗੇ ਕੋਈ ਰਣਨੀਤੀ ਤਿਆਰ ਕਰ ਰਹੇ ਨੇ? ਦੇਖੋ ਤਾਂ ਨਵਜੋਤ ਸਿੰਘ ਸਿੱਧੂ ਨੂੰ ਤੁਸੀਂ ਪੁੱਛ ਸਕਦੇ ਆ, ਮੈਂ ਤਾਂ ਉਹਦੇ ਬਾਰੇ ਕੁਝ ਕਹਿ ਨਹੀਂ ਸਕਦਾ। ਅੱਛਾ, ਤੁਹਾਡੇ ਤੋਂ ਸਵਾਲ ਇਹ ਤਾਂ ਹੁੰਦੇ ਨੇ, ਕਹਿੰਦੇ ਨੇ ਕਿ ਪ੍ਰਗਟ ਸਿੰਘ ਕਰੀਬੀ ਹੈਗੇ ਨੇ। ਨਹੀਂ ਦੋਸਤ ਹੈਗਾ ਮੇਰਾ, ਬਟ ਅਲਟੀਮੇਟਲੀ ਹੀ ਇਜ਼ ਇੰਡੀਵਿਜੂਅਲ ਆਲਸੋ, ਕਿਉਂਕਿ ਜਿਹੜੇ ਉਹਦੇ ਫੈਸਲੇ ਹੈਗੇ ਆ। ਮੈਂ ਤਾਂ ਹਮੇਸ਼ਾ ਜਦੋਂ ਕਿਤੇ ਕੋਈ ਗੱਲ ਹੁੰਦੀ ਆ ਤੇ ਜਿਹੜੀ ਗੱਲ ਮੈਨੂੰ ਠੀਕ ਲੱਗਦੀ ਮੈਂ ਕਹਿ ਦਿੰਦਾ, ਜਿਹੜੀ ਗੱਲ ਨਹੀਂ ਠੀਕ ਹੁੰਦੀ ਮੈਂ ਉਹ ਵੀ ਕਹਿ ਦਿੰਦਾ। ਸੋ ਇਸ ਕਰਕੇ ਤਾਂ ਉਹਨੂੰ ਪੁੱਛਿਆ ਜਾ ਸਕਦਾ। ਬਾਈ ਦੀ ਇਲੈਕਸ਼ਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਲੜੋਗੇ? ਨਹੀਂ ਦੇਖੋ, ਜੇ ਤਾਂ ਅਸੀਂ ਠੀਕ ਕਰ ਲੈਂਦੇ ਆ ਜਿਹੜੇ ਇਸ਼ੂਜ਼ ਹੈਗੇ ਆ, ਜੇ ਅਸੀਂ ਠੀਕ ਕਰ ਲੈਂਦੇ ਤਾਂ ਫਿਰ ਵਾਟ ਇਜ਼ ਦਾ ਪ੍ਰੋਬਲਮ? ਐਕਚੁਅਲੀ ਮੈਂ ਇਸੇ ਕਰਕੇ ਕਹਿੰਦਾ ਵੀ ਇਸ਼ੂਜ਼ ਦੀ ਲੜਾਈ ਆ, ਨਾ ਕਿ ਚਿਹਰਿਆਂ ਦੀ ਲੜਾਈ ਆ। ਜੇ ਇਸ਼ੂ ਠੀਕ ਨਹੀਂ ਹੁੰਦੇ ਫਿਰ? ਨਹੀਂ ਨੈਚੁਰਲੀ ਆ, ਫਿਰ ਨੁਕਸਾਨ ਤਾਂ ਹੋਊਗਾ, ਪਹਿਲਾਂ ਆਹ ਤਾਂ ਟਰਾਈ ਕਰ ਲਈਏ ਵੀ ਹਾਂ ਵੀ ਅਸੀਂ ਇਹਨੂੰ ਠੀਕ ਕਰੀਏ, ਕਿਉਂਕਿ ਸਮਾਂ ਤਾਂ ਕਿਸੇ ਲਈ ਵੇਟ ਨਹੀਂ ਕਰਦਾ, ਸਮਾਂ ਤਾਂ ਕਿਸੇ ਲਈ ਕਦੀ ਨਹੀਂ ਵੇਟ ਹੀ ਨਹੀਂ ਕੀਤਾ ਸਮੇਂ ਨੇ ਤਾਂ। ਸੋ ਇਸ ਕਰਕੇ ਸਾਨੂੰ ਇਸ ਸਮੇਂ ਨੂੰ ਬੈਸਟ ਯੂਟਿਲਾਈਜ਼ ਕਰਕੇ ਤੇ ਸਾਨੂੰ ਉਹਦੇ ਤੇ ਕੰਮ ਕਰਨ ਦੀ ਜ਼ਰੂਰਤ ਹੈਗੀ। ਅੱਛਾ, 2 ਵਿਧਾਇਕਾਂ ਦੇ ਮੁੱਦੇ ਜਿਹੜੇ ਪੁੱਤਰਾਂ ਨੂੰ ਨੌਕਰੀ ਦਿੱਤੀ ਹੈ, ਇਹਨੂੰ ਹੁਣ ਹੌਲੀ ਲੈ ਕੇ ਵਿਧਾਇਕ ਜਿਹੜੇ ਨੇ ਉਹ ਆਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ। ਅੱਜ ਕੁਲਬੀਰ ਜ਼ੀਰੋ ਹੁਣੇ ਵੀ ਖਿਡਾਰੀਆਂ ਨੂੰ ਲੈ ਕੇ ਲਾਈਵ ਹੋਏ ਸੀਗੇ, ਤਾਂ ਜੇਕਰ ਇਹ ਵਿਡਰੋਲ ਨਹੀਂ ਕੀਤਾ ਜਾਂਦਾ ਫੈਸਲਾ, ਤਾਂ ਵਿਧਾਇਕ ਅੱਗੇ ਕੋਈ ਐਕਸ਼ਨ ਲੈਣਗੇ ਮਿਲ ਕੇ? ਜੀ ਦੇਖੋ, ਸਾਡੀ ਤਾਂ ਇਹੀ ਆ ਵੀ ਦੇਖੋ, ਪਹਿਲੀ ਗੱਲ ਤਾਂ ਸਾਡੀ ਸਰਕਾਰ ਹੈ, ਅਸੀਂ ਪ੍ਰੋਟੈਸਟ ਜਿਹੜਾ ਹੈਗਾ ਰਜਿਸਟਰਡ ਕਰਾ ਰਹੇ ਆ ਵੀ ਇਹ ਸਾਡੀ ਗੱਲ ਹੈ, ਇਹਦੇ ਵਿੱਚ ਲੌਜੀਕਲ ਜਿਹੜੀ ਗੱਲ ਹੈਗੀ ਆ ਉਹ ਸਾਨੂੰ ਸਮਝਾ ਦਿਓ। ਜਿਹੜੀਆਂ ਇਲੌਜੀਕਲ ਗੱਲਾਂ ਹੈਗੀਆਂ ਫਿਰ ਉਹ ਤਾਂ ਸਾਨੂੰ ਵਿਡਰੋ ਕਰਨੀਆਂ ਚਾਹੀਦੀਆਂ। ਏਡੀ ਕੀ ਗੱਲ ਹੈਗੀ ਆ, ਕਈ ਵਾਰੀ ਫੈਸਲੇ ਹੋ ਜਾਂਦੇ ਆ ਤੇ ਉਹ ਵਿਡਰੋ ਵੀ ਹੋ ਜਾਂਦੇ ਆ। ਅੱਛਾ, ਜਿੱਦ ਤਾਂ ਸਾਨੂੰ ਕਰਨੀ ਨਹੀਂ ਚਾਹੀਦੀ ਆ। ਮੋਦੀ ਨੇ ਦਿੱਲੀ ਜਿੱਦ ਕਰਕੇ ਸਾਡੇ 450 ਕਿਸਾਨ ਜਿਹੜੇ ਆ ਉਹਨਾਂ ਦੀ ਸ਼ਹਾਦਤ ਹੋ ਗਈ ਔਰ ਦੇਸ਼ ਦੀ ਬਹੁਤ ਨੈਗੇਟਿਵ ਜਿਹੜੀ ਪਬਲਿਸਿਟੀ ਹੋਈ ਹੈਗੀ ਆ। ਅੱਛਾ, ਜੇ ਇਹਨੂੰ ਕੁਝ ਡਾਇਵਰਸੀਫਿਕੇਸ਼ਨ ਤੇ ਜਾਣਾ ਵੀ ਹੈਗਾ ਤੇ ਉਹਨੂੰ ਫੇਜ਼ਡ ਮੈਨਰ ਦੇ ਵਿੱਚ ਜਾਣਾ ਚਾਹੀਦਾ, ਤਾਂ ਕਿ ਹੌਲੀ ਉਹਦੇ ਯੂਜ਼ ਟੂ, ਅਸੀਂ ਅਬਰਪਟਲੀ ਕਈ ਵਾਰੀ ਇਦਾਂ ਦੀਆਂ ਗੱਲਾਂ ਕਰਦੇ ਆ ਜਿਹਦਾ ਕਿ ਸਾਡੇ ਸਮਾਜ ਦਾ ਸਿਸਟਮ ਦਾ ਨੁਕਸਾਨ ਬਹੁਤ ਵੱਡਾ ਹੋ ਜਾਂਦਾ। ਅੱਛਾ, ਜਿੱਦਾਂ ਇਹ ਜੇਕਰ ਇਹ ਵਿਡਰੋਲ ਫੈਸਲਾ ਹੁੰਦਾ ਤਾਂ ਰਵਨੀਤ ਬਿੱਟੂ ਦੇ ਭਰਾ ਨੂੰ ਵੀ ਡੀਐਸਪੀ ਦੀ ਨੌਕਰੀ ਮਿਲੀ ਸੀਗੀ, ਫਿਰ ਇਹ ਵੀ ਇਸ਼ੂ ਉਸੇ ਪੈਟਰਨ ਤੇ ਭਰਤੀ ਕੀਤੀ ਗਈ ਹੋਊਗੀ? ਦੇਖੋ, ਜਿਹੜਾ ਵੀ ਕੋਈ ਹੋਵੇ, ਮੈਂ ਪਾਰਟੀਕੂਲਰਲੀ ਗੱਲ ਹੀ ਨਹੀਂ ਕਰਦਾ, ਮੈਂ ਤਾਂ ਇਹ ਗੱਲ ਕਰਦਾ ਵੀ ਜਿਹੜੀ ਵੀ ਕੋਈ ਗੱਲ ਹੋਵੇ ਉਹ ਸਾਰਿਆਂ ਲਈ ਹੋਣੀ ਚਾਹੀਦੀ ਹੈ ਜਾਂ ਸਾਰਿਆਂ ਲਈ ਨਹੀਂ ਹੋਣੀ ਚਾਹੀਦੀ। ਧੰਨਵਾਦ ਗੱਲਬਾਤ ਕਰਨ ਦੇ ਲਈ। ਸੋ ਇਹ ਐਮਐਲਏ ਪ੍ਰਗਟ ਸਿੰਘ ਹੋਣੀ ਨੇ, ਜਿਨ੍ਹਾਂ ਨੇ ਪਿਛਲੇ ਦਿਨੀ ਕੈਬਨਿਟ ਦੇ ਵੱਲੋਂ ਜਿਹੜੀ 2 ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਦਾ ਜਿਹੜਾ ਫੈਸਲਾ ਲਿਆ ਸੀਗਾ, ਉਹਦੇ ਖਿਲਾਫ ਇਹਨਾਂ ਨੇ ਆਵਾਜ਼ ਚੁੱਕੀ ਹੈ ਕਿ ਬੇਰੁਜ਼ਗਾਰ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਨੇ ਜਿਹੜੇ ਲਗਾਤਾਰ ਆਵਾਜ਼ ਚੁੱਕ ਰਹੇ ਨੇ, ਤੇ ਉੱਥੇ ਹੀ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣਾ ਜਿਹੜਾ ਉਹ ਗਲਤ ਤਰੀਕੇ ਦੇ ਨਾਲ ਨੌਕਰੀ ਜਿਹੜੀ ਦਿੱਤੀ ਗਈ ਹੈ, ਇਹ ਪੈਰਾਮੀਟਰ ਸਹੀ ਨਹੀਂ ਹੈਗਾ ਤੇ ਇਸ ਫੈਸਲੇ ਨੂੰ ਪੰਜਾਬ ਸਰਕਾਰ ਨੂੰ ਜਲਦੀ ਤੋਂ ਜਲਦੀ ਵਿਡਰੋਲ ਕਰਨਾ ਚਾਹੀਦਾ ਹੈ। ਕੈਮਰਾਮੈਨ ਅਵੀ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, ਟੀਵੀ ਪੰਜਾਬ, ਜਲੰਧਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।